ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਨਵਜੋਤ ਕੌਰ। ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਕਿਸਾਨਾਂ ਦੀ, ਜੋ ਕਿ ਇਸ ਵੇਲੇ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਨੇ। ਕਿਸਾਨਾਂ ਤੇ ਸਰਕਾਰ ਦੀ ਗੱਲਬਾਤ ਤੇ ਬ੍ਰੇਕ ਲੱਗ ਚੁੱਕੀ ਹੈ। ਜੀ ਹਾਂ, ਜੋ ਅੱਜ ਗੱਲਬਾਤ ਹੋਣੀ ਸੀ 6ਵੇਂ ਰਾਉਂਡ ਦੀ, ਉਹ फिलहाल नहीं होवेगी। ब्रेक लग चुकी है इस गलबात से, अज भी नहीं होवेगी 6वें गेड़ की गलबात। सरकार के प्रस्ताव तो किसान जथेबंदियां नाखुश। प्रस्ताव खारिज कर अंदोलन तेज करने का ऐलान किया गया। किसान आगुआं वल्लों 12 दसंबर को एक दिन के लिए पूरा देश टोल फ्री करने का ऐलान किया गया है। 14 दसंबर को देश भर दे विच प्रदर्शन करने का ऐलान है और दिल्ली के रस्ते पूरी तरह जाम करने की चेतावनी दी गई है। किसान आगुआं वल्लों दिल्ली दे विच किसानां दे अंदोलन का अज 15वां दिन है, यानी कि 15 दिन हो चुके ने दिल्ली कूच कीतियां और दिल्ली दियां सरहदां ते इस वेले किसान डटे हुए ने। वख-वख बॉर्डर्स से गल की जाए, सिंघू बॉर्डर की, टिकरी बॉर्डर की, गाजीपुर बॉर्डर की, हर किते किसानां ने अपना मोर्चा लाया हुआ है और हुण किसानां वल्लों चेतावनी दे दी गई है कि असीं प्रस्ताव खारिज कर रहे हैं और अंदोलन साडे वल्लों होर तेज कर दिता जाएगा। कल 12 दसंबर की करिए तो एक दिन लई पूरा देश टोल फ्री करने का ऐलान किया गया है। 14 दसंबर को देश भर दे विच अंदोलन किए जाएंगे और दिल्ली के रस्ते पूरी तरह जाम करने की चेतावनी दे दी गई है, यानी कि जो हाईवेज इस वेले खुले भी हुए ने वो भी बंद हो सकते हैं आने वाले समय दे विच। केंद्र सरकार ने किसानों को प्रपोजल भेजा तो किसानों ने उसनू रिजेक्ट कर दिता और कल किसान जिहड़े ने वो सरकार दे नाल मीटिंग नहीं करनगे। बलबीर सिंह राजेवाल ने, राजेवाल साहब क्यों प्रपोजल रिजेक्ट किया गया और क्यों सरकार दे नाल कल दी गलबात जिहड़ी वो तोड़ दी गई है? प्रपोजल विच है कुछ नहीं, सरकार उत्थे ही खड़ी है जिथों शुरू होया सी। तो इसका मतलब सरकार का मन है नहीं इस मसले का इस वेले हल करने का, इसलिए उन्होंने प्रपोजल रद्द करके कल की जी मीटिंग असी उन्होंने कह के आए सी भी प्रपोजल भेजो, उन्होंने असी स्टडी करांगे, जो दे विच कुछ होया तो मीटिंग च आवांगे, अदरवाइज असी मीटिंग रद्द करांगे। मीटिंग रद्द कर दी, उहदे विच है नहीं कुछ। की खामियां तुहानूं सरकार दे प्रपोजल च नज़र आईयां कि ये खामियां ने इस करके असी रिजेक्ट कर रहे हैं? अपने सारे कानूनों को जस्टिफाई करने दी है, नोट दे विच होर कुछ नहीं है। ਤੁਸੀਂ ਕਹਿ ਰਹੇ ਹੋ ਕਿ ਤਿੰਨੇ ਕਾਨੂੰਨ ਰੱਦ ਹੋਣ, ਸੋਧ ਨੂੰ ਅਸੀਂ ਰਾਜ਼ੀ ਨਹੀਂ। ਨਾ ਬਿਲਕੁਲ ਅਸੀਂ ਬਿਲਕੁਲ ਸੋਧ ਨਹੀਂ ਰੱਦ ਨਹੀਂ ਰਾਜ਼ੀ ਨਹੀਂ, ਅਸੀਂ ਰਿਪੀਲ ਕਰਨ ਨੂੰ ਮੰਗਦੇ। ਸਰਕਾਰ ਨੇ ਜ਼ਿਕਰ ਕੀਤਾ ਕਿ ਐਮਐਸਪੀ ਦਾ ਭਰੋਸਾ ਦੇ ਰਿਹਾ। ਸਰਕਾਰ ਨੇ ਜ਼ਿਕਰ ਕੀਤਾ ਪ੍ਰਸਤਾਵ ਦੇ ਵਿੱਚ ਕਿ ਹੁਣ ਐਸਡੀਐਮ ਤੱਕ ਨਹੀਂ, ਕੋਰਟ ਤੱਕ ਅਸੀਂ ਪਹੁੰਚ ਜਿਹੜੇ ਨੇ ਉਹ ਕਿਸਾਨ ਕਰ ਸਕਣਗੇ। ਇਹ ਸਾਰਾ ਡਰਾਮਾ ਹੈਗਾ ਵੀ ਜਿਹਨੂੰ ਭਰਮਾ ਕੇ ਰੱਖੋ ਲੋਕਾਂ ਨੂੰ, ਅਸੀਂ ਅਮੈਂਡਮੈਂਟਸ ਕਰਾਂਗੇ, ਅਦਰਵਾਈਜ਼ ਇਹ ਸਾਡੀ ਡਿਮਾਂਡ ਨਹੀਂ ਸੀ। ਸਾਡੀ ਡਿਮਾਂਡ ਤਾਂ ਰਿਪੀਲ ਕਰਨ ਦੀ ਹੈ। ਤਾਂ ਕੱਲ ਦੀ ਮੀਟਿੰਗ ਰੱਦ ਕਰ ਦਿੱਤੀ ਗਈ, ਲੇਕਿਨ ਅੱਗੇ ਗੱਲਬਾਤ ਹੋਏਗੀ, ਅੱਗੇ ਸਰਕਾਰ ਦੇ ਨਾਲ ਕੋਈ ਗੱਲਬਾਤ ਜਿਹੜੀ ਉਹ ਕੀਤੀ ਜਾਏਗੀ। ਦੇਖਾਂਗੇ ਸਮਾਂ ਹੁਣ ਤੇ ਜਦੋਂ ਫਿਰ ਕੋਈ ਆਏਗਾ ਸਤਾ ਕੀ ਹੁੰਦਾ। ਹਾਲੇ ਫਿਲਹਾਲ ਇਹਦੇ ਵਿੱਚ ਬਾਰੇ ਸਰਕਾਰ ਦਾ ਰਵੱਈਆ ਕਿਸ ਤਰੀਕੇ ਦਾ ਲੱਗ ਰਿਹਾ? ਸਰਕਾਰ ਲਗਾਤਾਰ ਕਹਿ ਰਹੀ ਕਿ ਜੋ ਖਾਮੀਆਂ ਸੀ ਅਸੀਂ ਦੂਰ ਕਰਤੀਆਂ। ਤੁਸੀਂ ਕਿਉਂਕਿ ਖੁਦ 3 ਮੈਂਬਰੀ ਜਿਹੜੀ ਕਮੇਟੀ ਹੁੰਦੀ ਉਸ ਦੇ ਵਿੱਚ ਤੁਸੀਂ ਹੁੰਦੇ ਹੋ, ਤਾਂ ਤੁਸੀਂ ਸਾਰੀਆਂ ਗੱਲਾਂ ਸਰਕਾਰ ਦੇ ਨਾਲ ਕਰਦੇ ਹੋ, ਕਵਿਤਾ ਜੀ ਕਰਦੇ ਨੇ, ਤਾਂ ਕੀ ਲੱਗ ਰਿਹਾ ਸਰਕਾਰ ਦਾ ਰਵੱਈਆ ਤੁਹਾਨੂੰ ਕੀ ਨਜ਼ਰ ਆ ਰਿਹਾ? ਔਰ ਕੱਲ ਅਮਿਤ ਸ਼ਾਹ ਨਾਲ ਮੀਟਿੰਗ ਵੀ ਸੀ, ਉਸ ਉਹਨਾਂ ਦੀ ਬੋਡੀ ਲੈਂਗੁਏਜ ਕੀ ਨਜ਼ਰ ਆ ਰਹੀ ਸੀ ਤੁਹਾਨੂੰ? ਸਿੱਧਾ ਇਹਦਾ ਮਤਲਬ ਇਹ ਹੈ ਵੀ ਸਰਕਾਰ ਕਾਰਪੋਰੇਟਸ ਦੇ ਦਬਾਅ ਹੇਠ ਹੈ, ਇਸ ਕਰਕੇ ਉਹਨੂੰ ਕਾਰਪੋਰੇਟਸ ਪਿੱਛੇ ਨਹੀਂ ਹਟਣ ਦਿੰਦੇ, ਅਦਰਵਾਈਜ਼ ਸਾਰਾ ਦੇਸ਼ ਖੜਾ ਹੋ ਗਿਆ ਇਸ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ। ਤੁਹਾਨੂੰ ਲੱਗ ਰਿਹਾ ਕਿ ਇਸ ਤਰੀਕੇ ਨਾਲ ਅੰਦੋਲਨ ਹੋਰ ਵਧੇਗਾ ਤਾਂ ਸਰਕਾਰ ਕਾਨੂੰਨ ਰੱਦ ਕਰ ਸਕਦੀ, ਜਾਂ ਫਿਰ ਸਰਕਾਰ ਦਾ ਜੋ ਰਵੱਈਆ ਹੈ ਉਸ ਨੂੰ ਕਿਵੇਂ ਦੇਖ ਰਹੀ? ਸਰਕਾਰ ਨੂੰ ਇਹਦੀ ਕੀਮਤ ਤਾਰਨੀ ਪਏਗੀ। ਕਿਸ ਤਰੀਕੇ ਨਾਲ ਕੀਮਤ 2022 ਜਾਂ ਕਿਸ ਇਹ ਵਕਤ ਦੱਸੂਗਾ, 22 ਨਹੀਂ ਹੁਣੇ ਤਾਰਨੀ ਪਏਗੀ। ਕਿਸ ਤਰੀਕੇ ਨਾਲ ਕੀਮਤ ਤੁਸੀਂ ਕਹਿ ਰਹੇ ਹੋ? ਮੈਂ ਤੁਹਾਨੂੰ ਦੱਸ ਦਿੱਤਾ, ਇਹ ਹੁਣ ਕੋਈ ਪਤਾ ਨਹੀਂ ਇੱਥੇ ਕੀ ਹੋਣਾ। ਬੀਜੇਪੀ ਦੇ ਅੰਦਰ ਬਗਾਵਤ ਹੈ ਬਹੁਤ ਵੱਡੀ। ਬੀਜੇਪੀ ਸਾਰੀ ਨਹੀਂ ਇਹ ਕਾਨੂੰਨਾਂ ਨੂੰ ਕਰਦੀ, ਬੀਜੇਪੀ ਦੇ ਅੰਦਰ ਬਹੁਤ ਬਗਾਵਤ ਹੈ ਪਾਰਟੀ 'ਚ। ਤੁਸੀਂ ਦੇਖੋਗੇ ਜੇ ਇਸੇ ਤਰ੍ਹਾਂ ਰਿਹਾ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਟੁੱਟ ਸਕਦੀ ਹੈ। ਸਰਕਾਰ ਤੁਸੀਂ ਕਹਿ ਰਹੇ ਹੋ ਕਿ ਸੈਂਟਰ ਦੀ ਸਰਕਾਰ ਟੁੱਟ ਸਕਦੀ ਹੈ ਇਸ ਕਾਨੂੰਨਾਂ ਨੂੰ ਲੈ ਕੇ? ਜੇ ਉਹਨਾਂ ਨੇ ਕਿਸਾਨਾਂ ਦੀ ਸੁਣਨੀ ਹੋਈ ਨਹੀਂ, ਅਕਸਰ ਉਹਨਾਂ ਦਾ ਮੁੜ ਕੇ ਸਾਡੇ ਕੋਲ ਹੈ ਨਾ, ਸਾਰੇ ਜਿਹੜੇ ਪੋਲੀਟੀਸ਼ੀਅਨ ਉਹਨਾਂ ਨੂੰ ਬੁਖਾਰ ਚੜਿਆ ਪਿਆ ਇਸ ਅੰਦੋਲਨ ਦਾ। ਤਾਂ ਤੁਸੀਂ ਇੱਕ ਕਿਹਾ ਕਿ ਸਰਕਾਰ ਨੂੰ ਕੀਮਤ ਚੁਕਾਣੀ ਪਏਗੀ, ਕਿਸ ਤਰੀਕੇ ਦੀ ਤੁਸੀਂ ਕੀਮਤ ਕਹਿ ਰਹੇ ਹੋ? ਨਹੀਂ, ਮੈਂ ਕਮੈਂਟ ਕਰਤਾ ਹੁਣ ਐਵੇਂ ਸਾਰੀ ਜ਼ਰੂਰੀ ਆ ਵੀ ਮੈਂ ਇੱਕ ਗੱਲ ਡਿਟੇਲਸ ਦੱਸਾਂ। ਤਾਂ ਬਲਬੀਰ ਸਿੰਘ ਰਾਜੇਵਾਲ ਹੋਰੀ ਕਹਿ ਰਹੇ ਨੇ ਕਿ ਸਰਕਾਰ ਨੂੰ ਕੀਮਤ ਚੁਕਾਣੀ ਹੋਏਗੀ ਔਰ ਇਹ ਕਿਹਾ ਜਾ ਰਿਹਾ ਹੈ ਕਿ ਬਾਕਾਇਦਾ ਤੌਰ ਤੇ ਸਰਕਾਰ ਵੀ ਟੁੱਟ ਸਕਦੀ ਹੈ। ਬੀਜੇਪੀ ਦੇ ਵਿੱਚ ਬਗਾਵਤ ਹੈ,
ਇਸ ਗੱਲ ਨੂੰ ਲੈ ਕੇ ਵੀ ਬਲਬੀਰ ਸਿੰਘ ਰਾਜੇਵਾਲ ਕਹਿ ਰਹੇ ਨੇ ਔਰ ਤਿੰਨੋਂ ਕਾਨੂੰਨ ਰੱਦ ਨਹੀਂ ਹੋਣਗੇ ਤਾਂ ਅਸੀਂ ਇਸੇ ਤਰੀਕੇ ਨਾਲ ਸੰਘਰਸ਼ ਕਰਦੇ ਰਵਾਂਗੇ। ਬਲਬੀਰ, ਜਦੋਂ ਕੇਂਦਰ ਨਾਲ ਮੀਟਿੰਗ ਹੁੰਦੀ ਹੈ ਤੁਸੀਂ ਪੈਰਵੀ ਕਰਦੇ ਹੋ, ਇੱਕ ਇੱਕ ਪੁਆਇੰਟ ਤੇ ਤੁਸੀਂ ਜ਼ਿਕਰ ਕਰਦੇ ਹੋ, ਐਡਵੋਕੇਟ ਵੀ ਹੋ ਤੁਸੀਂ, ਕਿਹੜੇ ਜਿਹੜੇ ਤੁਹਾਨੂੰ ਲੱਗ ਰਿਹਾ ਕਿ ਇਸ ਗੱਲ ਤੇ ਗੱਲ ਬਣ ਗਈ, ਇਸ ਗੱਲ ਤੇ ਗੱਲ ਰਹਿ ਗਈ, ਇਹ ਤਫਸੀਲ ਨਾਲ ਦੱਸੋ ਕਿਉਂਕਿ ਤੁਸੀਂ ਐਡਵੋਕੇਟ ਵੀ ਹੋ, ਟੈਕਨੀਕਲ ਤੌਰ ਤੇ ਵੀ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ ਦਰਸ਼ਕਾਂ ਨੂੰ। ਦੇਖੋ ਸਾਡਾ ਇਹ ਹੈ, ਪਹਿਲਾਂ ਤਾਂ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਵੀ ਜਿਹੜੀਆਂ ਸਰਕਾਰੀ ਮੰਡੀਆਂ ਉਹਦੇ ਮੁਕਾਬਲੇ ਪੈਰਲਲ ਪ੍ਰਾਈਵੇਟ ਮੰਡੀਆਂ ਨਾ ਹੋਣ। ਉਹਨਾਂ ਨੇ ਸਿਰਫ ਇੰਨਾ ਕੀਤਾ ਵੀ ਪ੍ਰਾਈਵੇਟ ਮੰਡੀਆਂ ਤਾਂ ਰਹਿਣਗੀਆਂ ਪਰ ਉਹਨਾਂ ਦੇ ਵਿੱਚ ਕੁਝ ਥੋੜਾ ਰੈਗੂਲੇਸ਼ਨ ਕਰ ਦੇਵਾਂਗੇ ਵੀ ਬਿਲਕੁਲ ਖੁੱਲੀਆਂ ਨਾ ਹੋਣ। ਇਹ ਨਵਾਂ ਪ੍ਰਪੋਜ਼ਲ ਜੋ ਹੈ ਇਹ ਜੋ ਕਹਿੰਦੇ ਨੇ, ਪਰ ਇਹਦੇ ਨਾਲ ਮਸਲਾ ਹੱਲ ਨਹੀਂ ਹੁੰਦਾ। ਇਹ ਜੇ ਉਹ ਰਹਿਣਗੀਆਂ ਕਾਇਮ ਤਾਂ ਹੌਲੀ ਹੌਲੀ ਜਿਹੜੀ ਸਰਕਾਰੀ ਮੰਡੀਆਂ ਖਤਮ ਹੋ ਜਾਣਗੀਆਂ। ਉਹ ਕਹਿ ਰਹੇ ਪ੍ਰਾਈਵੇਟ ਮੰਡੀਆਂ ਰਹਿਣਗੀਆਂ, ਪ੍ਰਾਈਵੇਟ ਮੰਡੀਆਂ ਰਹਿਣਗੀਆਂ, ਉਹ ਸਿਸਟਮ ਰਹੇਗਾ। ਸਾਡੀ ਮੰਗ ਹੈ ਉਹ ਸਿਸਟਮ ਨੂੰ ਅਬੋਲਿਸ਼ ਕਰੋ। ਦੂਸਰਾ ਪੁਆਇੰਟ ਕਿਸ ਗੱਲ ਤੇ ਇਤਰਾਜ਼ ਹੈ? ਮੰਡੀਆਂ ਤੋਂ ਇਲਾਵਾ ਹੋਰ ਕਿਸ ਗੱਲ ਤੇ ਇਤਰਾਜ਼ ਹੈ? ਨਹੀਂ, ਮੰਡੀਓਲਾ ਦਾ ਐਮਐਸਪੀ ਦੇ ਇਤਰਾਜ਼ ਹੈ। ਐਮਐਸਪੀ ਉਹ ਕਹਿ ਰਹੇ ਕਿ ਰਿਟਰਨ ਦੇ ਵਿੱਚ ਅਸੀਂ ਦੇ ਨਹੀਂ ਹੈ ਕੋਈ ਰਿਟਰਨ ਜੋ ਅੱਜ ਪ੍ਰਸਤਾਵ ਆਇਆ ਐਮਐਸਪੀ ਕੋਈ ਰਿਟਰਨ ਉਹਨਾਂ ਨੇ ਕਿਹਾ ਵੀ ਐਮਐਸਪੀ ਅਸੀਂ ਅਸ਼ੋਰ ਕਰ ਦੇਵਾਂਗੇ, ਪਰ ਐਮਐਸਪੀ ਅਸ਼ੋਰ ਅਸੀਂ ਕੀ ਚਾਹੁੰਦੇ ਹਾਂ? ਇਕੱਲੀ ਐਮਐਸਪੀ ਨਹੀਂ, ਉਸ ਨਾਲ ਸਰਕਾਰੀ ਖਰੀਦ। ਦੇਖੋ ਐਮਐਸਪੀ ਤਾਂ ਪਹਿਲਾਂ ਵੀ ਹੈਗੀ ਆ, ਐਮਐਸਪੀ ਤਾਂ ਪਹਿਲਾਂ ਵੀ ਚੱਲਦੀ ਹੈ, ਮੱਕੇ ਤੇ ਵੀ ਹੈ, ਨਰਮੇ ਤੇ ਵੀ ਹੈ, ਲੇਕਿਨ ਉਸ ਤਰੀਕੇ ਨਾਲ ਨਹੀਂ ਮਿਲਦਾ। ਉਹਦੀ ਸਰਕਾਰੀ ਖਰੀਦ ਤਾਂ ਕੋਈ ਨਹੀਂ ਕਰਦਾ। ਪੰਜਾਬ 'ਚ ਕੇਵਲ ਕਣਕ ਝੋਨੇ ਦੀ ਖਰੀਦ ਹੁੰਦੀ ਹੈ, ਇਸ ਤੋਂ ਇਲਾਵਾ ਕੌਣ ਖਰੀਦ ਕਰਦਾ? ਸਾਰੇ ਦੇਸ਼ ਦੇ ਵਿੱਚ ਐਮਐਸਪੀ ਦੇ ਕੋਈ ਅਨਾਜ ਖਰੀਦ ਨਹੀਂ ਕਰਦਾ। ਤੁਸੀਂ ਕਹਿ ਰਹੇ ਹੋ ਕਿ ਸਿਰਫ ਅਸ਼ੋਰੈਂਸ ਨਹੀਂ ਬਲਕਿ ਸਰਕਾਰੀ ਖਰੀਦ ਵੀ ਹੋਵੇ, ਲਾਜ਼ਮੀ ਤੌਰ ਤੇ ਹੋਵੇ। ਅਸੀਂ ਕਹਿੰਦੇ ਐਮਐਸਪੀ ਨਾਲ ਸਰਕਾਰੀ ਖਰੀਦ ਗਰੰਟੀ, ਇਹਨੂੰ ਲੀਗਲ ਰਾਈਟ ਬਣਾਓ ਔਰ ਐਮਐਸਪੀ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਅਨੁਸਾਰ ਫਿਕਸ ਕਰੋ। ਤੀਜੀ ਉਹ ਕਹਿੰਦੇ ਨੇ ਵੀ ਜਿਹੜੀ ਜੇ ਕੰਟਰੈਕਟ ਫਾਰਮਿੰਗ ਹੁੰਦੀ ਹੈ, ਕੰਟਰੈਕਟ ਫਾਰਮਿੰਗ ਨੂੰ ਖਤਮ ਨਹੀਂ ਕੀਤਾ, ਉਹ ਕਹਿੰਦੇ ਰਹੇਗੀ। ਪਹਿਲਾਂ ਇਹ ਸੀ ਵੀ ਉਹ ਇੱਕ ਪੈਨ ਕਾਰਡ ਤੇ ਖਰੀਦ ਕਰ ਸਕਦੇ ਸੀ, ਠੀਕ ਹੈ। ਸਾਡਾ ਇਤਰਾਜ਼ ਸੀ ਵੀ ਪੈਨ ਕਾਰਡ ਤੇ ਕੋਈ ਵੀ ਆਜੂਗਾ ਖਰੀਦ ਕਰ ਲਈ, ਉਸ ਦੇ ਲਈ ਕੰਟਰੈਕਟ ਕਰ ਲੂ ਆ ਕੇ। ਉਹ ਕਹਿ ਰਹੇ ਇਸ ਵਾਰ ਰਜਿਸਟ੍ਰੇਸ਼ਨ ਦਾ ਕਹਿ ਰਹੇ ਵੀ ਰਜਿਸਟ੍ਰੇਸ਼ਨ ਕਰ ਦੇਵਾਂਗੇ ਇਸ ਦੀ, ਪਰ ਰਜਿਸਟ੍ਰੇਸ਼ਨ ਕਰਕੇ ਵੀ ਜਿਹੜੀ ਕੰਟਰੈਕਟ ਫਾਰਮਿੰਗ ਹੈ ਉਹਦੇ ਵਿੱਚ ਕਿਸਾਨ ਨੂੰ ਬਹੁਤ ਭਾਰੀ ਉਹ ਕਰ ਦਿੱਤੀ ਤੇ ਉਹਦੇ ਵਿੱਚ ਕੱਲ ਨੂੰ ਲਿਟੀਗੇਸ਼ਨ ਹੋ ਗਈ। ਭਾਵੇਂ ਉਹਨਾਂ ਨੇ ਕਹਿ ਦਿੱਤਾ ਵੀ ਐਸਡੀਐਮ ਤੋਂ ਬਾਅਦ ਹੁਣ ਸਿਵਲ ਕੋਰਟ ਨੂੰ ਵੀ ਜੁਰਿਡੀਕਸ਼ਨ ਦੇ ਦੇਵਾਂਗੇ। ਇਸ ਪ੍ਰਸਤਾਵ ਨੂੰ ਮਨਜ਼ੂਰ ਹੈ ਨਹੀਂ ਮਨਜ਼ੂਰ? ਇਹ ਤਾਂ ਠੀਕ ਹੈ ਵੀ ਨਾਲ ਸਿਵਲ ਕੋਰਟ ਦੀ ਜੁਰਿਡੀਕਸ਼ਨ ਕਰਤੀ, ਪਰ ਕੰਟਰੈਕਟ ਫਾਰਮਿੰਗ ਕਿਉਂ? ਕੰਟਰੈਕਟ ਫਾਰਮਿੰਗ ਆਪਸ਼ਨਲ ਚਾਹੀਦੀ ਹੈ। ਤੁਸੀਂ ਕਹਿ ਰਹੇ ਹੋ ਕਿ ਛੋਟੇ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕੱਢਣ ਦੀ ਇਹ ਪਲੈਨਿੰਗ ਸਰਕਾਰ ਕਰ ਰਹੀ ਹੈ। ਪਲੈਨਿੰਗ ਉਹਨਾਂ ਤੋਂ ਬਾਹਰ ਕੱਢਣ ਦੀ ਹੈ, ਉਹਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਸੈਕਟਰ ਨੂੰ ਸੌਂਪਣ ਦੀ ਇਹ ਪਲੈਨਿੰਗ ਹੈ। ਇਸ ਲਈ ਮੁਕਾਬਲੇ ਸਿਸਟਮ ਚਾਹੀਦਾ ਹੀ ਨਹੀਂ। ਹੋਰ ਕੀ ਖਾਮੀਆਂ ਤੁਹਾਨੂੰ ਨਜ਼ਰ ਆ ਰਹੀਆਂ? ਨਹੀਂ, ਖਾਮੀਆਂ ਤਾਂ ਉਸ ਵਿੱਚ ਬਹੁਤ ਨੇ। ਖਾਮੀਆਂ ਤਾਂ ਇੱਕ ਹੀ ਗਣਾਈਏ ਜੇ ਸਾਰੇ ਐਕਟ ਦੇ ਅੰਦਰ ਹੀ ਇੱਕ ਹੀ ਖਾਮੀ ਹੈ। ਤੁਸੀਂ ਕਹਿ ਰਹੇ ਹੋ ਕਿ ਨਵਾਂ ਕਾਨੂੰਨ ਬਣੇ ਔਰ ਇਹ ਕਾਨੂੰਨ ਰੱਦ ਹੋਣ। ਅਸੀਂ ਕਹਿੰਦੇ ਟੋਟਲ ਰੱਦ ਕਰੋ, ਕੋਈ ਲੋੜ ਨਹੀਂ ਹੈ। ਕਿਸਾਨਾਂ ਦਾ ਮੰਗ ਨਹੀਂ ਕੀਤੀ ਵੀ ਤੁਸੀਂ ਮੁਕਾਬਲੇ ਮੰਡੀਆਂ ਬਣਾਓ, ਕੰਟਰੈਕਟ ਫਾਰਮਿੰਗ ਕਿਸਾਨਾਂ ਨੇ ਮੰਗ ਹੀ ਨਹੀਂ ਕੀਤੀ, ਤਾਂ ਤੁਸੀਂ ਇਹ ਠੋਸ ਦੇ ਕਿਉਂ? ਸਾਡਾ ਕਹਿਣਾ ਇਹ ਹੈ ਵੀ ਤੁਹਾਨੂੰ ਜ਼ਬਰਦਸਤੀ ਨਾ ਕਰੋ। ਗੱਲਬਾਤ ਜਿਹੜੀ ਹੈ ਉਹ ਜੋਗਿੰਦਰ ਸਿੰਘ ਹੋਰਾਂ ਨਾਲ ਕਰ ਲੈਣੇ। ਕੱਲ ਦੀ ਮੀਟਿੰਗ ਰੱਦ ਕਰਨ ਦੀ ਵਜ੍ਹਾ ਕੀ? ਕੇਂਦਰ ਸਰਕਾਰ ਨਾਲ ਕਿਉਂ ਗੱਲਬਾਤ ਜਿਹੜੀ ਆ ਉਹ ਕੱਲ ਦੀ ਮੀਟਿੰਗ ਵਾਸਤੇ ਟੁੱਟੀ ਹੈ? ਭਾਜੀ ਜਿਹੜੀ ਪ੍ਰਪੋਜ਼ਲ ਆਈ ਆ ਉਹ ਪ੍ਰਪੋਜ਼ਲ ਦੇ ਵਿੱਚ ਅਮੈਂਡਮੈਂਟਾਂ ਕਰਕੇ ਭੇਜੀਆਂ ਨੇ, ਜਿਹੜੀਆਂ ਮਾੜੀਆਂ ਮੋਟੀਆਂ ਅਮੈਂਡਮੈਂਟਾਂ ਨੇ ਉਹੀ ਉਹਨਾਂ ਨੇ ਭੇਜੀਆਂ ਨੇ। ਪ੍ਰਪੋਜ਼ਲ ਇਹ ਨਹੀਂ ਸੀ ਮੰਗੀ। ਪ੍ਰਪੋਜ਼ਲ ਇਹ ਮੰਗੀ ਸੀ ਵੀ ਕਾਨੂੰਨ ਕਦੋਂ ਰੱਦ ਕਰਦੇ ਹੋ ਤੇ ਕਿਵੇਂ ਰੱਦ ਕਰਦੇ ਹੋ, ਉਹਦੇ ਬਾਰੇ ਕੀ ਪ੍ਰੋਸੈਸ ਚੱਲਿਆ ਸੀ, ਉਹ ਪ੍ਰਪੋਜ਼ਲ ਮੰਗੀ ਸੀ। ਉਹ ਪ੍ਰਪੋਜ਼ਲ ਇਹਨੇ ਭੇਜੀ ਨਹੀਂ, ਯਾਨੀ ਉਹ ਪ੍ਰਪੋਜ਼ਲ ਜੇ ਨਹੀਂ ਭੇਜੀ ਫਿਰ ਇਹਦਾ ਮਤਲਬ ਅਮੈਂਡਮੈਂਟ ਤੇ ਕੱਲ ਨੂੰ ਗੱਲ ਫਿਰ ਚੱਲੂਗੀ। ਇਸ ਕਰਕੇ ਮੀਟਿੰਗ ਜਾਣ ਦਾ ਕੋਈ ਫਾਇਦਾ ਨਹੀਂ, ਅਸੀਂ ਤਾਂ ਕਰਕੇ ਉਹ ਰੱਦ ਕਰਤੀ। ਗੱਲਬਾਤ ਪੂਰੀ ਤਰੀਕੇ ਨਾਲ ਟੁੱਟ ਗਈ ਹੈ ਜਾਂ ਗੱਲਬਾਤ ਅੱਗੇ ਅਗਰ ਕੋਈ ਨਵੀਂ ਪ੍ਰਪੋਜ਼ਲ ਸਰਕਾਰ ਦੀ ਆਂਦੀ ਤਾਂ ਗੱਲਬਾਤ ਕੀਤੀ ਜਾਏਗੀ? ਹੁਣ ਇਹਦਾ ਤੁਸੀਂ ਦੱਸ ਸਕਦੇ ਹੋ ਵੀ ਕਿਹੜੇ ਤਰੀਕਾ ਹੁੰਦਾ ਟੁੱਟਣ ਦਾ? ਸਾਡਾ ਜਵਾਬ ਆ ਵੀ ਅਸੀਂ ਮੀਟਿੰਗ ਜਾਂਦੇ ਟੁੱਟ ਗਈ, ਮਤਲਬ ਇਹਦਾ ਨਹੀਂ, ਕੱਲ ਦੀ ਮੀਟਿੰਗ ਟੁੱਟੀ, ਅੱਗੇ ਅਗਰ ਕੋਈ ਨਵਾਂ ਪ੍ਰਪੋਜ਼ਲ ਆਂਦਾ ਗੱਲਬਾਤ ਕੀਤੀ ਜਾਏਗੀ? ਇਹ ਪ੍ਰਪੋਜ਼ਲ ਆਉਂਦੀ ਹੈ ਵੀ ਕਾਨੂੰਨਾਂ ਨੂੰ ਤੋੜਨ ਦਾ ਪ੍ਰੋਸੈਸ ਸਾਡਾ ਚੱਲ ਪਿਆ। ਅਸੀਂ ਦੱਸਣਾ ਚਾਹੁੰਦੇ ਹਾਂ ਵੀ ਹੁਣ ਇਸ ਅਰਸੇ 'ਚ ਅਸੀਂ ਕਾਨੂੰਨਾਂ ਨੂੰ ਤੋੜਨ ਵਾਸਤੇ ਕੀ ਕੁਝ ਕੀਤਾ ਹੈ, ਅਸੀਂ ਉਧਰ ਨੂੰ ਤੁਰ ਪਏ, ਫਿਰ ਬਹਿ ਜਾਂ ਗੱਲਬਾਤ। ਤਾਂ ਅੰਦੋਲਨ ਅੱਗੇ ਕਿਸ ਤਰੀਕੇ ਨਾਲ ਰਹੇਗਾ? ਹੋਰ ਤਿੱਖਾ ਕੀਤਾ ਜਾ ਰਿਹਾ ਵਾ ਅੰਦੋਲਨ? ਦਿੱਲੀ ਇਸੇ ਤਰ੍ਹਾਂ ਬਾਰਡਰ ਤੇ ਹੀ ਬੈਠਾ ਜਾਏਗਾ ਜਾਂ ਦਿੱਲੀ ਦੇ ਅੰਦਰ ਐਂਟਰੀ ਕੀਤੀ ਜਾਏਗੀ? ਇਹ ਨਾਕੇ ਜਿਹੜੇ ਚੱਲ ਰਹੇ ਨੇ ਪੀਸਫੁਲ ਨਾਕੇ ਚੱਲਣਗੇ, ਜਿਹੜੇ ਨਾਕੇ ਰਹਿੰਦੇ ਨਾਕੇ ਲੱਗਣਗੇ। 12 ਤਰੀਕ ਨੂੰ ਸਾਰੇ ਭਾਰਤ ਦੇ ਵਿੱਚ ਟੋਲ ਪਲਾਜ਼ੇ ਬੰਦ ਹੋਣਗੇ, ਪੰਜਾਬ 'ਚ ਪਹਿਲਾਂ ਹੀ ਬੰਦ ਨੇ, ਲਗਾਤਾਰ ਹੀ ਬੰਦ ਨੇ। ਕਾਰਪੋਰੇਟ ਘਰਾਣਿਆਂ ਦੇ ਘਰਾਂ ਦੇ ਮੂਹਰੇ ਧਰਨੇ ਲੱਗਣਗੇ। 12 ਤਰੀਕ ਨੂੰ ਸਾਰੇ ਭਾਰਤ ਦੇ ਵਿੱਚ ਫਿਰ ਟੋਲ ਫਰੀ ਕੀਤੇ ਜਾਣਗੇ, ਉੱਥੇ ਧਰਨੇ ਲੱਗਣਗੇ ਤੇ 14 ਤਰੀਕ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਧਰਨੇ ਲੱਗ। ਅੱਛਾ, ਨਿਊਜ਼ 18 ਤੇ तमाम ਦਰਸ਼ਕ ਤੁਹਾਨੂੰ ਲਾਈਵ ਦੇਖ ਰਹੇ ਆ, ਇਹ ਦੱਸ ਦਿਓ, ਇੱਕ ਤਾਂ ਤੁਸੀਂ ਕਿਹਾ ਕਿ ਅੰਦੋਲਨ ਜਾਰੀ ਰਹੇਗਾ, ਇੱਕ ਕੱਲ ਦੀ ਮੀਟਿੰਗ ਦੇ ਵਿੱਚ ਨਹੀਂ ਜਾਏਗਾ, ਕਿਹੜੇ ਫੈਸਲੇ ਲਿੱਤੇ ਗਏ? ਇੱਕ ਫੈਸਲਾ ਜਿਹੜਾ ਵਾ ਉਹ ਤੁਸੀਂ ਕੈਮਰੇ ਦੀ ਅੱਖ ਤੇ ਦੱਸ ਦਿਓ। ਆਹ ਫੈਸਲੇ ਮੈਂ ਗਿਣਾਈ ਆ ਤੁਹਾਨੂੰ। ਹੋਰ ਵੀ ਕੋਈ ਫੈਸਲੇ ਦਿੱਤੇ ਗਏ ਨੇ? ਹੋਰ ਫੈਸਲੇ ਤਾਂ ਕੁਝ ਨਹੀਂ, ਪੀਸਫੁਲ ਅੰਦੋਲਨ ਚੱਲੂਗਾ, ਪੀਸਫੁਲ ਹੈਗਾ। ਇਹ ਅੰਦੋਲਨ ਇਸੇ ਤਰ੍ਹਾਂ ਚੱਲਦਾ ਰਹੂਗਾ, ਇਹ ਡਿਸਪਲਿਨ ਦੇ ਨਾਲ, ਤੇ ਬਾਕੀ ਸਮੇਂ ਸਿਰ ਵਕਤ ਸਿਰ ਫੈਸਲੇ ਮੀਟਿੰਗਾਂ ਕਰਦੇ ਲੈਂਦੇ ਰਹੋ। ਅੱਗੇ ਕੱਲ ਨੂੰ ਮੀਟਿੰਗ ਕਿਸਾਨ ਜਥੇਬੰਦੀਆਂ ਦੀ ਆਪਸ 'ਚ ਮੀਟਿੰਗ ਹੋਏਗੀ ਅਗਲੀ ਰੂਪਰੇਖਾ ਘੜਨ ਦੇ ਲਈ? ਰੋਜ਼ ਹੁੰਦੀ ਹੈ, ਰੋਜ਼ ਹੋਇਆ ਕਰੂ। ਕੱਲ ਨੂੰ ਕੀ ਹੋ ਗਿਆ, ਅਖਬਾਰਾਂ 'ਚ ਕੀ ਆ ਗਿਆ, ਸਥਿਤੀ ਕੀ ਹੈ, ਹਾਲਤ ਕੀ ਹੈ, ਹਰਿਆਣੇ ਦੀ ਹਾਲਤ ਕੀ ਹੈ, ਪੰਜਾਬ ਦੀ ਹਾਲਤ ਕੀ, ਉਹਦੇ ਮੁਤਾਬਕ ਫੈਸਲਾ। ਸਰਕਾਰ ਦਾ ਰਵੱਈਆ ਕਿਹੋ ਜਿਹਾ ਲੱਗ ਰਿਹਾ?
ਕਿਉਂਕਿ ਸਰਕਾਰ ਕਹਿ ਰਹੀ ਕਿ ਜੋ ਸੋਧ ਕਰਨਾ ਜੋ ਤੁਸੀਂ ਕਮੀਆਂ ਦੱਸੀਆਂ ਸੀ ਉਹ ਸੋਧ ਅਸੀਂ ਕਰ ਦਿੱਤਾ ਵਾ। ਸਰਕਾਰ ਲੀਚੀਆਂ ਮਾਰਦੀ ਆ ਸਰਕਾਰ, ਬਸ ਰਵਈਆ ਇਹ ਹੈ। ਸਖਤਾਈ ਨਾਲ ਕੋਈ ਪੇਸ਼ ਆ ਜੇ ਇਹ ਉਹਦੇ ਬਸ ਦੀ ਗੱਲ ਨਹੀਂ। ਸਰ ਉਹ ਲੀਚੀਆਂ ਮਾਰ ਰਹੀ ਹੈ, ਬਿੰਗਰੇਡ ਕਰਦੀ ਆ, ਤੋਲ ਕੇ ਦੇਖਦੀ ਆ, ਸਾਡਾ ਦਮ ਦੇਖਦੀ ਆ ਵੀ ਕਿੰਨਾ ਕੁ ਚਿਰ ਲੋਕ ਬੈਠਦੇ ਨੇ, ਕਿੰਨਾ ਕੁ ਚਿਰ ਇਹਨਾਂ ਨੂੰ ਹੰਗਾਰਾ ਮਿਲਦਾ ਹੈ। ਆ ਜਿਹੜਾ ਰਾਸ਼ਨ ਦੀ ਸਪਲਾਈ ਆ ਰਹੀ ਹੈ ਇਹਨਾਂ ਦੀ ਸਰਦਾਰਦੀ ਬਣੀ ਖੜੀ ਹੈ। ਆ ਪਿੱਛੋਂ ਕਿਤੇ ਕਿਨੂਆਂ ਦਾ ਟਰੱਕ ਆ ਗਿਆ, ਕਿਤੇ ਰਸ ਦੀ ਗੱਡੀ, ਗੰਨਿਆਂ ਦੀ ਗੱਡੀ ਆ ਗਈ, ਕਿਤੇ ਲੱਡੂਆਂ ਦਾ ਆ ਗਿਆ ਟਰੱਕ ਭਰ ਕੇ, ਕਿਤੇ ਪਿੰਨੀਆਂ ਲਈ ਫਿਰਦੇ ਨੇ, ਕਿਤੇ ਗਦਾਵੇਂ ਹੀ ਲਈ ਫਿਰਦੇ ਨੇ। ਆ ਜਿਹੜੀ ਸਪਲਾਈ ਹੈ, ਜਿਹੜਾ ਪਿੱਛੋਂ ਆ ਰਿਹਾ ਹਮਾਇਤ ਹੈ ਜਿਹੜੀ, ਇਹ ਭਰਪੂਰ ਹਮਾਇਤ ਹੈ ਜਿਹੜੀ ਉਹਨਾਂ ਨੂੰ ਜਿਹੜੀ ਟੇਕਣ ਨਹੀਂ ਦਿੰਦੀ ਤੇ ਇਹ ਅੰਦੋਲਨ ਸਿਰੇ ਤੱਕ। ਕੱਲ ਇੱਕ ਸਵਾਲ ਹੋਰ, ਕੱਲ ਦੀ ਤੁਹਾਡੀ ਨਾਰਾਜ਼ਗੀ ਸੀਗੀ, ਉਹ ਨਾਰਾਜ਼ਗੀ ਸੀਗੀ ਕਿ ਕਿਉਂ ਮੀਟਿੰਗ ਦੇ ਵਿੱਚ ਜਾਇਆ ਗਿਆ? ਤੁਹਾਨੂੰ ਲੱਗਦਾ ਹੈ ਕਿ ਉਹ ਮੀਟਿੰਗ 'ਚ ਜਾਣਾ ਸਹੀ ਨਹੀਂ ਸੀਗਾ, ਇਸ ਤਰੀਕੇ ਨਾਲ ਨਹੀਂ ਜਾਣਾ ਚਾਹੀਦਾ? ਬਾਈ ਜੀ ਸਾਡੇ ਆਪਦੇ ਨੇ, ਸਾਡੇ ਆਪਦਿਆਂ ਨਾਲ ਅਸੀਂ 100 ਵਾਰੀ ਨਾਰਾਜ਼ ਹੋਵਾਂਗੇ, ਸਾਡਾ ਕਾਹਦਾ ਰੋਸ ਵਾ? ਅਸੀਂ ਇੱਕ ਦੂਜੇ ਨਾਲ ਸਹਿਯੋਗ ਨਾਲ ਚੱਲਦੇ ਹਾਂ। ਜਿੱਥੇ ਕਿਤੇ ਸਾਡਾ ਮਾੜਾ ਮੋਟਾ ਕਿਸੇ ਨੁਕਸ ਪੈਂਦਾ, ਬੰਦਿਆਂ ਤੋਂ ਫਰਕ ਰਹਿੰਦਾ, ਉਹ ਅਸੀਂ ਇਹਨਾਂ ਨੂੰ ਨੋਟ ਕਰਾਉਂਦੇ ਆ। ਜਿਹੜਾ ਮੈਂ ਨਾਰਾਜ਼ਗੀ ਤੁਹਾਨੂੰ ਲੱਗੀ ਆ ਉਹ ਤਾਂ ਤੁਸੀਂ ਮੇਰੀ ਛਿੱਲ ਪੱਟਤੀ, ਬਾਹਰ ਨਿਕਲੇ ਜੀ ਦੱਸੋ ਜੀ ਤੁਸੀਂ ਮੀਟਿੰਗ 'ਚ ਕਿਉਂ ਨਹੀਂ ਗਏ? ਹੁਣ ਉਹ ਤਾਂ ਕਹਿਣਾ ਹੀ ਪੈਣਾ ਵੀ ਮੈਨੂੰ ਪਤਾ ਨਹੀਂ ਸੀ, ਅਸਲ ਵਿੱਚ ਨਹੀਂ ਸੀ ਪਤਾ। ਇਹਨਾਂ ਤੋਂ ਕਨਫਰਮ ਕਰਨ 'ਚ ਕਿਤੇ ਫਰਕ ਰਹਿ ਗਿਆ ਕਿ ਇਦਾਂ ਨਹੀਂ ਗੱਲਬਾਤ ਜਿਹੜੀ ਬਾਹਰ ਦੇਣੀ ਚਾਹੀਦੀ ਸੀ। ਤਾਲਮੇਲ ਕਮੇਟੀ ਦੇ ਤੁਸੀਂ ਮੈਂਬਰ ਹੋ, ਇਸ ਤਰੀਕੇ ਨਾਲ ਨਾਰਾਜ਼ਗੀ ਦੇ ਅੰਦਰ ਨਹੀਂ, ਕੋਈ ਐ ਨਾਰਾਜ਼ਗੀ ਨਹੀਂ ਸੀ ਕਿਉਂਕਿ ਮੈਨੂੰ ਸੱਚਮੁੱਚ ਨਹੀਂ ਸੀ ਪਤਾ। ਇਸ ਕਰਕੇ ਜਦੋਂ ਟੈਲੀਵਿਜ਼ਨ ਦੇ ਉੱਤੇ ਕਹਿਤਾ, ਚੈਨਲ ਮੂਹਰੇ ਕਹਿਤਾ ਵੀ ਕੋਈ ਮੀਟਿੰਗ ਹੋ ਰਹੀ ਹੈ ਤੁਹਾਡੀ ਅਮਿਤ ਸ਼ਾਹ ਨਾਲ, ਮੈਂ ਸਟੇਜ ਤੋਂ ਉਤਰਦਾ ਤੇ ਮੇਰੇ ਮੂਹਰੇ ਜਾ ਕੇ ਢੁੱਡ ਗੁਜਾ ਲਾਤਾ ਵੀ ਦੱਸ ਅਮਿਤ ਸ਼ਾਹ ਨਾਲ ਕੋਈ ਮੀਟਿੰਗ ਹੈ? ਪ੍ਰੈਸ ਰਿਲੀਜ਼ ਆਇਆ ਸੀ ਤੁਹਾਡਾ, ਸੱਚਮੁੱਚ ਹੀ ਨਹੀਂ ਸੀ ਮੈਨੂੰ ਪਤਾ ਵੀ ਕੋਈ ਮੀਟਿੰਗ ਹੈ ਕਿ ਨਹੀਂ ਹੈ। ਇਸ ਕਰਕੇ ਉਹ ਤਾਂ ਕਹਿਣੀ ਸੀ ਵੀ ਮੈਨੂੰ ਤਾਂ ਪਤਾ ਨਹੀਂ ਯਾਰ ਕੋਈ ਮੀਟਿੰਗ ਦਾ, ਕਿਉਂਕਿ ਇਧਰੋਂ ਕਨਫਰਮ ਨਹੀਂ ਹੋਇਆ। ਇਹ ਇਹਨਾਂ ਨੇ ਮਹਿਸੂਸ ਕੀਤਾ ਵੀ ਤਾਂ ਭਾਰਤੀ ਕਿਸਾਨ ਯੂਨੀਅਨ ਲੁਧਿਆਣਾ ਸਾਫ਼ ਤੌਰ ਤੇ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਅੰਦੋਲਨ ਜਾਰੀ ਰਹੇਗਾ ਔਰ ਅੱਗੇ ਕੱਲ ਦੀ ਮੀਟਿੰਗ ਜਿਹੜੀ ਹੈ ਉਹ ਸਰਕਾਰ ਦੇ ਨਾਲ ਨਹੀਂ ਕੀਤੀ ਜਾਏਗੀ। ਸਰਕਾਰ ਨਾਲ ਕੱਲ ਮੀਟਿੰਗ ਜਿਹੜੀ ਹੈ ਉਹ ਕਿਸਾਨ ਜਥੇਬੰਦੀਆਂ ਨਹੀਂ ਕਰਨਗੇ। ਕੈਮਰਾਮੈਨ ਅਜੇ ਦੇ ਨਾਲ ਪੰਕਜ ਕਪਾਈ, ਨਿਊਜ਼ 18। ਤਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਖੇਤੀ ਕਾਨੂੰਨਾਂ ਤੋਂ ਰੋਲ ਬੈਕ ਕਰਨ ਦੇ ਮੂਡ ਦੇ ਵਿੱਚ ਨਹੀਂ ਹੈ ਔਰ ਸਰਕਾਰ ਵੱਲੋਂ ਜੋ ਪ੍ਰਪੋਜ਼ਲ ਕਿਸਾਨਾਂ ਨੂੰ ਭੇਜਿਆ ਗਿਆ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਬੇਹੱਦ ਰੋਸ ਹੈ ਔਰ ਉਹਨਾਂ ਵੱਲੋਂ ਮੀਟਿੰਗ ਦਾ ਬਾਇਕਾਟ ਵੀ ਕਰ ਦਿੱਤਾ ਗਿਆ। ਹੁਣ ਤੁਹਾਨੂੰ ਦੱਸਦੇ ਹਾਂ ਕਿ ਸਰਕਾਰ ਨੇ ਕਿਸਾਨਾਂ ਨੂੰ ਜੋ ਪ੍ਰਸਤਾਵ ਭੇਜਿਆ ਸੀ ਉਸ ਦਾ ਸਾਰ ਕੀ ਹੈ। ਤਾਂ ਕਿਸਾਨਾਂ ਵੱਲੋਂ ਜੋ ਮੁੱਦਾ ਚੁੱਕਿਆ ਜਾ ਰਿਹਾ ਹੈ ਉਹ ਕਾਨੂੰਨ ਰੱਦ ਹੋਵੇ। ਇੱਕ ਮੇਨ ਮੰਗ ਜਿਹੜੀ ਹੈ ਉਹ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਪ੍ਰਸਤਾਵ ਦੇ ਵਿੱਚ ਲਿਖਿਆ ਗਿਆ ਕਿ ਇਤਰਾਜ਼ ਤੇ ਵਿਚਾਰ ਨੂੰ ਤਿਆਰ ਹੈ ਸਰਕਾਰ। ਦੂਜਾ ਮੁੱਦਾ ਕਿਸਾਨਾਂ ਦਾ ਹੈ ਐਮਐਸਪੀ ਤੇ ਸਰਕਾਰੀ ਖਰੀਦ ਬੰਦ ਹੋ ਜਾਵੇਗੀ, ਪਰ ਜੋ ਪ੍ਰਸਤਾਵ ਦੇ ਵਿੱਚ ਲਿਖਿਆ ਗਿਆ ਹੈ ਉਹ ਹੈ ਕਿ ਸਰਕਾਰ ਲਿਖਤੀ ਭਰੋਸਾ ਇਸ ਤੇ ਦੇਵੇਗੀ। ਤੀਜਾ ਮੁੱਦਾ ਜੋ ਕਿਸਾਨਾਂ ਦਾ ਇਸ ਵੇਲੇ ਬਣਿਆ ਹੋਇਆ ਉਹ ਹੈ ਕਿ ਸਰਕਾਰੀ ਮੰਡੀਆਂ ਕਮਜ਼ੋਰ ਹੋਣਗੀਆਂ। ਹਾਲਾਂਕਿ ਪ੍ਰਸਤਾਵ ਦੇ ਵਿੱਚ ਜੋ ਗੱਲ ਲਿਖੀ ਗਈ ਹੈ ਸਰਕਾਰ ਵੱਲੋਂ ਉਹ ਇਹ ਹੈ ਕਿ ਸਰਕਾਰੀ ਮੰਡੀਆਂ ਦੀ ਤਰਜ਼ ਤੇ ਨਿੱਜੀ ਮੰਡੀਆਂ ਦਾ ਰਜਿਸਟ੍ਰੇਸ਼ਨ ਹੋਵੇਗਾ। ਇਸ ਦੇ ਨਾਲ ਹੀ ਚੌਥਾ ਮੁੱਦਾ ਜਿਹੜਾ ਕਿਸਾਨਾਂ ਵੱਲੋਂ ਲਗਾਤਾਰ ਚੁੱਕਿਆ ਜਾ ਰਿਹਾ ਉਹ ਪੈਨ ਕਾਰਡ ਤੇ ਖਰੀਦ ਨਾਲ ਧੋਖੇ ਵਾਲੀ ਗੱਲ ਨੂੰ ਚੁੱਕਿਆ ਜਾ ਰਿਹਾ ਹੈ ਔਰ ਪ੍ਰਪੋਜ਼ਲ ਦੇ ਵਿੱਚ ਜੋ ਸਰਕਾਰ ਵੱਲੋਂ ਗੱਲ ਕਹੀ ਗਈ ਹੈ ਉਹ ਹੈ ਕਿ ਸੂਬਾ ਸਰਕਾਰ ਨੂੰ ਰਜਿਸਟ੍ਰੇਸ਼ਨ ਦਾ ਅਧਿਕਾਰ ਮਿਲੇਗਾ। ਅਗਲਾ ਮੁੱਦਾ ਹੈ ਕਿਸਾਨਾਂ ਦੀ ਜ਼ਮੀਨ ਕੁਰਕ ਹੋਵੇਗੀ। ਹਾਲਾਂਕਿ ਪ੍ਰਪੋਜ਼ਲ ਦੇ ਵਿੱਚ ਲਿਖਿਆ ਗਿਆ ਹੈ ਕਿ ਅਜਿਹਾ ਨਹੀਂ ਹੋਵੇਗਾ, ਜ਼ਰੂਰੀ ਸਪਸ਼ਟੀਕਰਨ ਦੇਣ ਨੂੰ ਸਰਕਾਰ ਤਿਆਰ ਹੈ। ਮੁੱਦਾ ਅਗਲਾ ਕਿਸਾਨਾਂ ਵੱਲੋਂ ਚੁੱਕਿਆ ਗਿਆ ਹੈ ਕਿ ਜ਼ਮੀਨ ਤੇ ਕਾਰਪੋਰੇਟ ਦਾ ਕਬਜ਼ਾ ਹੋ ਜਾਵੇਗਾ। ਪ੍ਰਪੋਜ਼ਲ ਦੇ ਵਿੱਚ ਸਰਕਾਰ ਲਿਖਦੀ ਹੈ ਕਿ ਹਰ ਹਾਲ ਦੇ ਵਿੱਚ ਜ਼ਮੀਨ ਤੇ ਕਿਸਾਨਾਂ ਦਾ ਹੱਕ ਬਰਕਰਾਰ ਰਹੇਗਾ। ਕਿਸਾਨਾਂ ਦਾ ਮੁੱਦਾ ਹੈ ਕਿ ਕੰਟਰੈਕਟ ਰਜਿਸਟ੍ਰੇਸ਼ਨ ਦੀ ਵਿਵਸਥਾ ਨਹੀਂ ਹੈ ਔਰ ਪ੍ਰਸਤਾਵ ਦੇ ਵਿੱਚ ਸਰਕਾਰ ਵੱਲੋਂ ਇੱਕ ਗੱਲ ਕਹੀ ਗਈ ਹੈ ਕਿ ਕੰਟਰੈਕਟ ਦੀ ਕਾਪੀ ਐਸਡੀਐਮ ਦਫ਼ਤਰ ਦੇ ਵਿੱਚ ਰਹੇਗੀ। ਅਗਲਾ ਮੁੱਖ ਮੁੱਦਾ ਕਿਸਾਨਾਂ ਵੱਲੋਂ ਚੁੱਕਿਆ ਗਿਆ ਕਿ ਸਿਵਲ ਕੋਡ ਦੇ ਵਿੱਚ ਜਾਣ ਦਾ ਕੋਈ ਵਿਕਲਪ ਨਹੀਂ ਹੈ। ਹਾਲਾਂਕਿ ਪ੍ਰਪੋਜ਼ਲ ਵਿੱਚ ਸਰਕਾਰ ਵੱਲੋਂ ਲਿਖਿਆ ਗਿਆ ਕਿ ਕੋਰਟ ਜਾਣ ਦਾ ਵਿਕਲਪ ਦਿੱਤਾ ਜਾਵੇਗਾ। ਅਗਲਾ ਮੁੱਦਾ ਕਿਸਾਨਾਂ ਦਾ ਹੈ ਕਿ ਪਰਾਲੀ ਆਰਡੀਨੈਂਸ ਨੂੰ ਰੱਦ ਕੀਤਾ ਜਾਵੇ। ਪ੍ਰਪੋਜ਼ਲ ਦੇ ਵਿੱਚ ਲਿਖਿਆ ਹੈ ਕਿ ਕਿਸਾਨਾਂ ਦੇ ਖਦਸ਼ਿਆਂ ਦਾ ਸਮਾਧਾਨ ਕੀਤਾ ਜਾਵੇਗਾ ਔਰ ਅਗਲਾ ਮੁੱਦਾ ਲਿਖਿਆ ਗਿਆ ਹੈ ਕਿਸਾਨਾਂ ਵੱਲੋਂ ਕਿ ਪ੍ਰਸਤਾਵਿਤ ਬਿਜਲੀ ਬਿੱਲ ਖਤਮ ਹੋਵੇ ਔਰ ਪ੍ਰਪੋਜ਼ਲ ਦੀ ਕਾਪੀ ਦੇ ਵਿੱਚ ਲਿਖਿਆ ਗਿਆ ਹੈ ਕਿ ਮੌਜੂਦਾ ਬਿੱਲ ਵਿਵਸਥਾ ਜਾਰੀ ਰਹੇਗੀ। ਤਮਾਮ ਇਹੋ ਜਿਹੇ ਮੁੱਦੇ ਨੇ ਜਿਹੜੇ ਕਿ ਕਿਸਾਨਾਂ ਵੱਲੋਂ ਚੁੱਕੇ ਜਾ ਰਹੇ ਨੇ ਔਰ ਕਿਸਾਨਾਂ ਦੀ ਇੱਕੋ ਹੀ ਮੰਗ ਹੈ ਕਿ ਇਹ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਪਰ ਸਰਕਾਰ ਇਸ ਦੇ ਵਿੱਚ ਅਮੈਂਡਮੈਂਟ ਕਰਨ ਤੇ ਆਪਣਾ ਸਟੈਂਡ ਸਪਸ਼ਟ ਕਰ ਚੁੱਕੀ ਹੈ ਔਰ ਇਸ ਨੂੰ ਖਾਰਜ ਕਰਨ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ। ब्रेक तो बाद एक बार फिर तो स्वागत है। लगातार ਅਸੀਂ ਗੱਲ ਕਿਸਾਨਾਂ ਦੀ ਕਰ ਰਹੇ ਹਾਂ ਤਾਂ ਸਰਕਾਰ ਵੱਲੋਂ ਜੋ ਕਿਸਾਨਾਂ ਨੂੰ ਪ੍ਰਪੋਜ਼ਲ ਭੇਜਿਆ ਗਿਆ ਉਹ ਖਾਰਜ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ ਔਰ ਇਸ ਤੋਂ ਬਾਅਦ ਸਰਕਾਰ ਦੇ ਵਿੱਚ ਵੀ ਹਲਚਲ ਤੇਜ਼ ਹੋ ਚੁੱਕੀ ਹੈ। ਲਗਾਤਾਰ ਹਾਈ ਲੈਵਲ ਮੀਟਿੰਗਸ ਦਾ ਦੌਰ ਜਾਰੀ ਹੈ। ਅਹਿਮ ਮੀਟਿੰਗ ਖੇਤੀ ਮੰਤਰੀ ਨਰਿੰਦਰ ਤੋਮਰ ਔਰ ਪੀਯੂਸ਼ ਗੋਇਲ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਔਰ ਅਮਿਤ ਸ਼ਾਹ ਦੇ ਨਾਲ ਹੀ ਮੀਟਿੰਗ ਹੋਈ। ਅਗਲੀ ਰਣਨੀਤੀ ਤੇ ਕਰੀਬ 2.5 ਘੰਟੇ ਤੱਕ ਮੰਥਨ ਚੱਲਿਆ ਔਰ ਬਦਲੇ ਹਾਲਾਤਾਂ ਤੇ ਸਰਕਾਰ ਨੇ ਅਜੇ ਤੱਕ ਕੋਈ ਬਿਆਨ
ਨਹੀਂ ਦਿੱਤਾ ਹੈ। ਤੇ ਤੁਹਾਨੂੰ ਦੱਸ ਦਈਏ ਕਿ ਹਾਈ ਲੈਵਲ ਮੀਟਿੰਗਸ ਦਾ ਦੌਰ ਜਾਰੀ ਹੈ। ਪ੍ਰਸਤਾਵ ਖਾਰਜ ਕਰ ਦਿੱਤਾ ਗਿਆ ਕਿਸਾਨ ਆਗੂਆਂ ਵੱਲੋਂ ਔਰ ਇੱਕ ਵਾਰ ਫਿਰ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਇਹ ਅਹਿਮ ਮੀਟਿੰਗ ਸੱਦੀ ਗਈ ਔਰ ਇਸ ਦੇ ਵਿੱਚ ਖੇਤੀ ਮੰਤਰੀ ਨਰਿੰਦਰ ਤੋਮਰ ਔਰ ਪੀਯੂਸ਼ ਗੋਇਲ ਇਸ ਦੇ ਵਿੱਚ ਮੌਜੂਦ ਰਹੇ ਔਰ ਅਗਲੀ ਰਣਨੀਤੀ ਦੇ ਕਰੀਬ 2.5 ਘੰਟੇ ਤੱਕ ਮੰਥਨ ਚੱਲਦਾ ਰਿਹਾ।